ਮਾਨਯੋਗ ਗੁਰਿੰਦਰ ਰੰਘੇਟਾ ਜੀ ਦੀ ਗੱਲਬਾਤ ਆ, ਉਹ ਗੱਲਬਾਤ ਨਾਲ ਮੈਂ ਸਹਿਮਤ ਨਹੀਂ, ਕਿਉਂਕਿ ਕਿਸਾਨਾਂ ਨਾਲ ਸਾਡਾ 9 ਮਾਸ ਦਾ ਰਿਸ਼ਤਾ। ਮਾੜਾ ਅਨਸਰ ਹਰੇਕ ਬਰਾਦਰੀ ਦੇ ਵਿੱਚ ਹੁੰਦਾ। ਮਜ਼੍ਹਬੀ ਸਿੱਖ ਭਾਈਚਾਰੇ 'ਚ ਮਾੜੇ ਅਨਸਰ ਨਹੀਂ ਹੈਗੇ, ਰਮਦਾਸੀਆ ਸਿੱਖ 'ਚ ਮਾੜੇ ਅਨਸਰ ਨਹੀਂ, ਤਾਂ ਫਿਰ ਕਿਸਾਨਾਂ 'ਚ ਵੀ ਹੈਗੇ ਨੇ ਮਾੜੇ ਅਨਸਰ। ਉਹ ਪਿੰਡਾਂ ਦੇ ਵਿੱਚ ਬਾਈਕਾਟ ਵੀ ਕਰਵਾ ਦਿੰਦੇ ਨੇ। ਮਾੜਾ ਅਨਸਰ ਹਰੇਕ ਭਾਈਚਾਰੇ 'ਚ। ਭਾਈਚਾਰਾ ਕੋਈ, ਗੁਰੂ ਨੇ ਤਾਂ ਫਿਰ ਸਰਬ ਸਮਾਜ ਦੀ ਗੱਲ ਕਰੀ ਸੀ ਨਾ। ਗੁਰੂ ਨੇ ਤਾਂ ਬਾਟੇ 'ਚ ਅੰਮ੍ਰਿਤ ਛਕਾਇਆ, ਕਹਿੰਦਾ ਤੂੰ ਅੱਜ ਤੋਂ ਰਮਦਾਸੀਆ ਜਾਂ ਮਜ਼੍ਹਬੀ ਜਾਂ ਧਾਨਕਾ ਬੌਰੀਆ ਜਾਂ ਜੱਟ ਨਹੀਂ, ਤੂੰ ਅੱਜ ਤੋਂ ਗੁਰੂ ਦਾ ਸਿੱਖ। ਸਾਨੂੰ ਗੁਰੂ ਨੇ ਬਰਾਬਰਤਾ ਦਾ ਹੱਕ ਲੈ ਕੇ ਦਿੱਤਾ ਸੀ। ਇਸ ਕਰਕੇ ਅਸੀਂ ਰੰਘੇਟਾ ਜੀ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ। ਉਹ ਕਹਿੰਦੇ ਵੀ ਇਸ ਤਾਂ ਮਜ਼ਲੂਮਾਂ ਦੀ ਗੱਲ ਕਰਦੇ ਆ, ਇਸ ਤਾਂ ਮਜ਼ਲੂਮਾਂ ਨੂੰ ਦੋਨਾਂ ਨੂੰ ਰਾਜ ਸੱਤਾ ਦਾ ਦੱਸੋ ਨਾ। ਮਜ਼ਲੂਮਾਂ ਨੂੰ ਦੱਸੋ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਆਪਦੇ 4 ਬੇਟੇ, ਆਪਦੇ 4 ਬੱਚੇ ਬਾਰੇ ਨੇ ਤਾਂ ਵੋਟ ਲੈ ਕੇ ਦਿੱਤੀ ਆ, ਤੇ ਵੋਟ ਦੇ ਪਿੱਛੇ ਹੁਣ ਤਲਵਾਰਾਂ ਚੱਕਣ ਦੀ ਲੋੜ ਨਹੀਂ, ਹੁਣ ਬੰਦੂਕਾਂ ਚੱਕਣ ਦੀ ਲੋੜ ਨਹੀਂ, ਹੁਣ ਤਾਂ ਪਰਦੇ ਪਿੱਛੇ ਜਾ ਕੇ ਆਪਦੇ ਹੱਕ ਵਾਲਾ ਬਟਨ ਦੱਬਣਾ। ਰਾਜ ਭਾਗ ਦੀ ਗੱਲ ਤਾਂ ਅਸੀਂ ਜ਼ਰੂਰ ਕਰ ਸਕਦੇ ਹਾਂ ਵੀ ਆਬਾਦੀ ਸਾਡੀ 52% ਆ ਤੇ ਅਸੀਂ ਆਪਦੇ ਰਾਜ ਭਾਗ ਦੀ ਗੱਲ ਕਰੀਏ। ਪਰ ਜਿਹੜੀ ਗੱਲ ਤੁਸੀਂ ਕਰਦੇ ਹੋ, ਬੜਾ ਤੁਹਾਡਾ ਕਾਬਲੇ ਸਵਾਲ ਆ। ਮੈਂ ਫਿਰ ਕਹੂੰਗਾ ਵੀ ਮੈਨੂੰ ਤੁਹਾਡੇ ਸਵਾਲ ਬੜੇ ਅੱਛੇ ਲੱਗੇ ਨੇ ਕਿ ਦੇਖੋ ਰੰਘੇਟਾ ਜੀ ਬੋਲੇ, ਮੈਂ ਤਾਂ ਉਹਨਾਂ ਦੀ ਸੋਚ ਨਾਲ ਸਹਿਮਤ ਨਹੀਂ। ਸਾਰਾ ਪੰਜਾਬ ਉਹਨਾਂ ਦੇ ਮਗਰ ਪੈ ਗਿਆ, ਚਲੋ ਪੈਣਾ ਚਾਹੀਦਾ। ਮੈਂ ਕਹਿਣਾ ਸਿਮਰਨਜੀਤ ਸਿੰਘ ਮਾਨ ਜਿਹੜਾ ਸਰਦਾਰ ਆ, ਉਹ ਸ਼ਰੇਆਮ ਭਗਤ ਸਿੰਘ ਨੂੰ ਕਹਿ ਰਿਹਾ ਕਿ ਇਹ ਕੀ ਆ, ਅੱਤਵਾਦੀ ਆ, ਇਹ ਸ਼ਹੀਦ ਨਹੀਂ, ਇਹ ਡਰਾਮੇਬਾਜ਼ ਸੀ, ਇਹ ਕੋਈ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਇਹਨੂੰ। ਤੇ ਜੇ ਇਹੀ ਗੱਲ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਭਗਤ ਸਿੰਘ ਲਈ ਕਰ ਲਈ ਹੁੰਦੀ ਜਾਂ ਕਿਸੇ ਸ਼ਡਿਊਲ ਕਾਸਟ ਨੇ ਕੀਤੀ ਹੁੰਦੀ ਤੇ ਉਹਦੇ ਘਰ ਨੂੰ ਅੱਗ ਲਾ ਕੇ ਮਚਾ ਦਿੰਦੇ। ਇਹ ਵੱਡੇ ਠੇਕੇਦਾਰ ਨੇ ਜਿਹੜੇ ਰੰਘੇਟੇ ਤੇ ਲੱਗੇ ਹੋਏ ਸੀ ਬੋਲਣ, ਤਾਂ ਉਹ ਸਿਮਰਜੀਤ ਸਿੰਘ ਮਾਨ ਤੇ ਕਿਉਂ ਨਹੀਂ ਬੋਲੇ? ਭਗਤ ਸਿੰਘ ਨੇ ਸ਼ਹੀਦ ਹੋਏ ਨੇ। ਕਾਰਨ ਕੀ ਮੰਨਦੇ ਫਿਰ? ਕੀ ਇਹਦੇ ਵਿੱਚ ਸ਼ਰੇਆਮ ਤੁਹਾਨੂੰ ਵੀ ਝਲਕ ਰਿਹਾ ਵੀ ਮਾੜੀ ਸੋਚ ਵਾਲੇ ਅਨਸਰ ਹੈਗੇ ਨੇ। ਤੇ ਜਦੋਂ ਸਿਮਰਨਜੀਤ ਸਿੰਘ ਮਾਨ ਬਹੁ ਗਿਣਤੀ ਜਿਹੜੀ ਜੱਟ, ਜਿਵੇਂ ਜੱਟ ਨੇ, ਫਿਰ ਜੇ ਉਹ ਜਿਵੇਂ ਸਿਮਰਜੀਤ ਮਾਨ ਜੱਟ ਨੇ, ਕਿ ਫਿਰ ਇਹ ਮੰਨ ਸਕਦੇ ਵੀ ਤੁਸੀਂ, ਤੁਹਾਡਾ ਕਹਿਣਾ ਇਹ ਹੈ ਵੀ ਉਹ ਜੱਟ ਨੇ ਤਾਂ ਜੱਟ ਵਾਲੀ ਗੱਲ ਕਰਦੇ ਨੇ? ਮੈਂ ਪਹਿਲਾਂ ਇਹ ਗੱਲ ਕਹੀ ਆ ਵੀ ਸਾਰਾ ਕਿਸਾਨ ਭਾਈਚਾਰਾ ਵੀ ਬਹੁਤ ਦੁਖੀ ਹੈ। ਜ਼ਮੀਨ ਦਿਨੋਂ ਦਿਨ ਘਟ ਰਹੀ ਹੈ, ਆਬਾਦੀ ਦਿਨੋਂ ਦਿਨ ਵੱਧ ਰਹੀ ਹੈ, ਕਿਸਾਨ ਵੀ ਬੇਜ਼ਮੀਨਾ ਹੋ ਚੁੱਕਿਆ। ਉਹ ਵੀ ਚਾਹੁੰਦਾ ਮਜ਼ਦੂਰੀ ਦਾ ਰੇਟ ਵਧੇ, ਜਿਹੜੇ ਕਨਾਲਾਂ ਤੇ ਆ ਗਏ। ਮੇਰਾ ਕਹਿਣ ਦਾ ਮਤਲਬ ਇਹ ਆ ਕਿ ਜੇ ਸਿਮਰਨਜੀਤ ਸਿੰਘ ਮਾਨ ਵਾਲੇ ਜਿਹੜੀ ਗੱਲ ਕਰੀ ਆ ਬਈ ਭਗਤ ਸਿੰਘ ਇੱਕ ਵੱਖਵਾਦੀ ਇਨਸਾਨ ਸੀ, ਭਗਤ ਸਿੰਘ ਕੋਈ ਸ਼ਹੀਦ ਨਹੀਂ ਸੀ, ਉਹ ਅੱਤਵਾਦੀ ਸੀ। ਉਹਨੇ ਫਿਰ ਜੇ ਇਹ ਗੱਲ ਕਿਸੇ ਹੋਰ ਨੇ ਕਰੀ ਹੁੰਦੀ ਤੇ ਤੁਹਾਨੂੰ ਵੀ ਪਤਾ, ਅੱਗ ਲਾ ਦਿੰਦੇ, ਪਰਿਵਾਰ ਨੂੰ ਦਬਾ ਦਿੰਦੇ ਕੁੱਟ-ਕੁੱਟ ਕੇ ਵੀ ਤੂੰ ਭਗਤ ਸਿੰਘ ਨੂੰ ਐਂ ਕਹਿਤਾ ਯਾਰ। ਇਹ ਮੈਂ ਤੁਹਾਨੂੰ ਇੱਕ ਗੱਲ ਮੈਂ ਦੱਸਾਂ, ਸੀਰੀ 3 ਤਰ੍ਹਾਂ ਦੇ ਹੁੰਦੇ ਨੇ। ਇੱਕ ਤਾਂ ਐਗਰੀਕਲਚਰ, ਜਿਹੜਾ ਜਿਵੇਂ ਕਿਸਾਨ ਕਹਿੰਦਾ ਉਹ ਖੇਤਾਂ ਦੇ ਵਿੱਚ ਕਰਦਾ। ਇੱਕ ਹੁੰਦਾ ਅੰਪਲਾਈਜ਼, ਜਿਹੜੇ ਸੰਵਿਧਾਨ ਦਾ ਫਾਇਦਾ ਲੈ ਕੇ ਮੁਲਾਜ਼ਮ ਲੱਗ ਗਏ, ਉਹ ਸੰਵਿਧਾਨ ਆਪਦੇ ਭਾਈਚਾਰੇ ਦੀ ਗੱਲ ਨਹੀਂ ਕਰ ਰਹੇ, ਉਹ ਮਨੂਵਾਦੀ ਲੋਕਾਂ ਨਾਲ ਰਲੇ ਹੋਏ ਨੇ। ਇੱਕ ਉਹ ਹੋ ਗਏ। ਇੱਕ ਰਾਜਨੀਤਿਕ ਪੋਲੀਟੀਸ਼ੀਅਨ, ਜਿਵੇਂ 34 ਸੀਰੀ ਸੰਵਿਧਾਨ ਦਾ ਬੈਨੀਫਿਟ, ਸ਼ਡਿਊਲ ਕਾਸਟ ਦਾ ਬੈਨੀਫਿਟ ਲੈ ਕੇ MLA ਬਣ ਗਏ, 34 ਬੈਠੇ ਨੇ, ਉਹ RSS ਕੇਜਰੀਵਾਲ ਦੇ ਸੀਰੀ ਬਣ ਗਏ। ਇੱਕ ਐਗਰੀਕਲਚਰ ਸੀਰੀ ਹੋ ਗਿਆ, ਇੱਕ ਐਗਰੀਕਲਚਰ ਸੀਰੀ ਹੋ ਗਿਆ, ਇੱਕ ਪੋਲੀਟੀਕਲ ਪੋਲੀਟੀਸ਼ੀਅਨ ਸੀਰੀ ਹੋ ਗਿਆ, ਇੱਕ ਅੰਪਲਾਈਜ਼ ਜਿਹੜਾ ਸੰਵਿਧਾਨ ਦਾ ਬੈਨੀਫਿਟ ਲੈ ਕੇ ਸੰਵਿਧਾਨ ਦਾ ਅੱਜ ਵਿਰੋਧੀ ਬਣਿਆ ਖੜਿਆ, ਉਹਨਾਂ ਲੋਕਾਂ ਦਾ ਸਾਥ ਦੇ ਰਿਹਾ ਜਿਹੜੇ ਸੰਵਿਧਾਨ ਨੂੰ ਤੋੜਨਾ ਚਾਹੁੰਦੇ ਨੇ। ਇਹ ਵੀ ਬਲੇਮ ਕੀਤਾ ਜਾ ਰਿਹਾ ਕਿ ਮਸੀਹ ਭਾਈਚਾਰੇ ਨਾਲ ਜਿਹੜੇ ਜੁੜ ਰਹੇ ਨੇ ਉਹ ਸ਼ਡਿਊਲ ਕਾਸਟ ਭਾਈਚਾਰੇ ਨੂੰ ਲਾਲਚ ਦਿੰਦੇ ਨੇ, ਪੈਸੇ ਲੈਂਦੇ ਨੇ, ਫਿਰ ਜਾਂਦੇ ਨੇ। ਇਹ ਮੈਂ ਧਰਮ ਦੇ ਠੇਕੇਦਾਰਾਂ ਤੋਂ ਪੁੱਛਣਾ ਚਾਹਣਾ ਕਿ ਜੇ ਸ਼ਡਿਊਲ ਕਾਸਟ ਸਮਾਜ ਇਕੱਠਾ ਹੋ ਕੇ ਵੋਟਾਂ ਇੱਕ ਪਾਸੇ ਪਾਉਂਦਾ ਤਾਂ ਤੁਸੀਂ ਕਹਿ ਦਿੰਦੇ ਹੋ ਇਹ ਵੋਟਾਂ 'ਚ ਵਿਕ ਗਏ। ਜੇ ਉਹਨਾਂ ਦਾ ਕੋਈ ਛੋਟਾ ਮੋਟਾ ਹੋਰ ਮੈਟਰ ਹੁੰਦਾ ਉੱਥੇ ਵੀ ਤੁਸੀਂ ਕਹਿ ਦਿੰਦੇ ਹੋ ਵਿਕ ਗਏ। ਹੁਣ ਤੁਹਾਡੀਆਂ ਨਾਕਾਮੀਆਂ ਕਾਰਨ, ਤੁਹਾਡੇ ਤੋਂ ਅੱਕ ਕੇ, ਤੁਹਾਡੇ ਤੋਂ ਦੁਖੀ ਹੋ ਕੇ ਜੇ ਉਹ ਧਰਮ ਤਬਦੀਲ ਕਰਦੇ ਨੇ ਤਾਂ ਫਿਰ ਤੁਸੀਂ ਉਹਨਾਂ ਨੂੰ ਕਹਿ ਦਿੰਦੇ ਹੋ ਉਹ ਧਰਮ ਤਬਦੀਲ ਕਰਨ ਦੇ ਵੀ ਪੈਸੇ ਲੈ ਗਏ, ਉੱਥੇ ਵਿਕ ਗਏ, ਉਹ ਤਾਂ ਜਾਂਦੇ ਆ। ਤੁਸੀਂ ਆਪਣੇ ਮੰਜੇ ਥੱਲੇ ਸੋਟੀ ਕਿਉਂ ਨਹੀਂ ਮਾਰਦੇ? ਮੈਂ ਤੁਹਾਡੇ ਚੈਨਲ ਰਾਹੀਂ ਮਾਨਯੋਗ ਰਣਜੀਤ ਸਿੰਘ ਢੱਡਰੀਆਂ ਵਾਲੇ ਜੀ ਜਾਂ ਪੰਥਪ੍ਰੀਤ ਜੀ ਲਾ ਲਓ, ਬਲਜੀਤ ਸਿੰਘ ਦਾਦੂ ਜੀ ਲਾ ਲਓ ਜਾਂ ਖੇੜੀ ਵਾਲੇ ਬਾਬਾ ਜੀ ਲਾ ਲਓ, ਵੱਡੇ ਵੱਡੇ ਵਿਦਵਾਨ, ਮੈਂ ਇਹਨਾਂ ਨੂੰ ਤੁਹਾਡੇ ਚੈਨਲ ਰਾਹੀਂ ਪੁੱਛਣਾ ਚਾਹਣਾ ਕਿ ਅੱਜ ਤੱਕ ਮੈਨੂੰ ਇਹ ਦੱਸਣ ਕਿ ਬਾਬਾ ਜੀਵਨ ਸਿੰਘ ਦੀ ਵੰਸ਼, ਮਜ਼੍ਹਬੀ ਸਿੱਖ ਸਮਾਜ ਜਾਂ ਰਮਦਾਸੀਆ ਸਿੱਖ ਜਾਂ ਧਾਨਕਾ ਜਾਂ ਬੌਰੀਆ, ਉਹਨਾਂ ਦੇ ਘਰਾਂ ਦੇ ਵਿੱਚ ਕੋਲ ਜਾ ਕੇ ਕਿੰਨੇ ਦੀਵਾਨ ਲਾਏ ਨੇ। ਧਰਮ ਦੇ ਠੇਕੇਦਾਰਾਂ ਤੋਂ ਪੁੱਛਣਾ ਚਾਹਣਾ ਕਿ 40 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਦੇ ਦਰਜ ਹੋਣ ਤੇ ਤੁਸੀਂ ਕਿੰਨੇ ਵਾਰ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਹਰਿਮੰਦਰ ਸਾਹਿਬ ਦੇ ਵਿੱਚ? ਦੱਸ ਦਿਓ ਮੈਨੂੰ। ਜਿਹੜੇ ਪਿੰਡਾਂ ਦੇ ਵਿੱਚ ਗੁਰੂ ਘਰ ਨੇ ਉਹਨਾਂ ਵਿੱਚ ਕਿੰਨਿਆਂ ਦੇ ਵਿੱਚ ਤੁਸੀਂ ਸ਼੍ਰੋਣੀ ਜੀਵਨ ਸਿੰਘ ਦਾ ਜਨਮ ਦਿਹਾੜਾ ਮਨਾਇਆ? ਕਿੰਨਿਆਂ 'ਚ ਭਗਵਾਨ ਵਾਲਮੀਕ ਦਾ ਜਨਮ ਦਿਹਾੜਾ ਮਨਾਇਆ? ਕਿੰਨਿਆਂ 'ਚ ਸ਼੍ਰੋਣੀ ਭਗਤ ਬਾਬਾ ਨਾਮਦੇਵ ਜੀ ਦਾ ਜਨਮ ਦਿਹਾੜਾ ਮਨਾਇਆ? ਤੁਸੀਂ ਸਾਨੂੰ ਤਾਂ ਇਗਨੋਰ ਮਾਰਨਾ ਹੀ ਮਾਰਨਾ, ਤੁਸੀਂ ਸਾਡੇ ਰਹਿਬਰ, ਸਾਡੇ ਗੁਰੂਆਂ ਨੂੰ ਵੀ ਇਗਨੋਰ ਮਾਰਦੇ ਹੋ। ਤੇ ਜਿਹੜਾ ਇਸ ਟਾਈਮ ਭਗਵੰਤ ਮਾਨ ਜੀ ਨੇ ਕਿ ਸੁਖਬੀਰ ਬਾਦਲ ਤੇ ਮਜੀਠੀਆ ਚਿੱਟਾ ਵੇਚਦੇ ਨੇ ਤਾਂ ਪੰਜਾਬ ਦੇ ਵਿੱਚ ਵਿਕਦਾ। ਫਿਰ ਕੈਪਟਨ ਅਮਰਿੰਦਰ ਤੇ ਗੱਲ ਆਈ ਆ ਕਿ ਉਹ ਚਿੱਟਾ ਵਿਕਾਉਂਦਾ। ਫਿਰ ਚੰਨੀ ਤੇ ਗੱਲ ਆਈ ਵੀ ਉਹ ਚਿੱਟਾ ਵਿਕਾਉਂਦਾ। ਤੇ ਫਿਰ ਚਿੱਟਾ ਤਾਂ ਹੁਣ ਵੀ ਹੁਣ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਵਿਕਾਉਂਦਾ। ਕਿਹੜੀ ਵਿਧਾਨ ਸਭਾ, ਕਿਹੜੇ ਪਿੰਡ 'ਚ ਚਿੱਟੇ ਦਾ? ਉਸੇ ਪਿੰਡ 'ਚ ਹੀ ਮਿਲ ਜੂ। ਤਾਂ ਫਿਰ ਹੁਣ ਇਸ
ਮੰਤਰੀ ਚਿੱਟਾ ਬਕਾ ਰਿਹਾ, ਤੇ ਜੇ ਫਿਰ ਬਕਾ ਰਿਹਾ ਤੇ ਫਿਰ ਬੰਦ ਕਿਉਂ ਨਹੀਂ ਕਰਦਾ? ਤੁਹਾਡੇ ਰਹਿਬਰ ਇਸ ਤਰ੍ਹਾਂ ਦੇ ਹੋਏ ਸੀ, ਸਿੱਖ ਇਤਿਹਾਸ ਦੇ ਲਈ ਹਰੀ ਸਿੰਘ ਨਲੂਏ ਵਰਗੇ ਸ਼ੇਰਾਂ ਦੇ ਮੂੰਹ ਜਵਾੜੇ ਪਾੜਦੇ ਰਹੇ ਨੇ। ਬਾਬਾ ਸੰਗਤ ਸਿੰਘ ਦੀ ਇਤਿਹਾਸ ਦੇ ਵਿੱਚ ਕੀ ਕੁਰਬਾਨੀ ਸੀ? ਵੀਰ ਸਿੰਘ ਧੀਰ ਸਿੰਘ ਜਦੋਂ ਗੁਰੂ ਨੇ ਗੋਲੀ ਦਾ ਨਿਸ਼ਾਨਾ ਪਰਖਣ ਵਾਸਤੇ ਕਿਹਾ ਸੀ, ਇਹ ਡੱਲੇ ਦਾ ਲਾਣਾ ਜਿਹੜਾ ਗੁਰੂ ਨੂੰ ਪਿੱਠ ਦਿਖਾ ਕੇ ਭੱਜਿਆ ਸੀ, ਸਾਡੇ ਜਿਹੜੇ ਕੌਮ ਦੇ ਰਹਿਬਰ ਵੀਰ ਸਿੰਘ ਧੀਰ ਸਿੰਘ ਹਿੱਕ ਤਾਣ ਕੇ ਅੱਗੇ ਗੁਰੂ ਦੇ ਅੱਗੇ ਖੜ ਗਏ ਸੀ ਕਿ ਸਾਡੀ ਹਿੱਕ ਤੇ ਨਿਸ਼ਾਨਾ ਚੈੱਕ ਕਰੋ। ਤੁਸੀਂ ਸ਼ਡਿਊਲ ਕਾਸਟ ਸਮਾਜ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਔਖੇ ਟਾਈਮ ਦੇ ਵਿੱਚ ਗੁਰੂ ਸਾਹਿਬਾਨਾਂ ਦੇ ਕੰਮ ਆਏ, ਸਿੱਖ ਇਤਿਹਾਸ ਦੇ ਵਿੱਚ ਕੰਮ ਆਏ। ਬਾਬਾ ਜੀਵਨ ਸਿੰਘ 11 ਮੈਂਬਰ ਪਰਿਵਾਰ ਦੇ ਸ਼ਹੀਦ ਹੋਏ। ਐਡੀਆਂ ਕੁਰਬਾਨੀਆਂ ਕਰਨ ਵਾਲੇ ਸਮਾਜ ਨੂੰ ਤੁਸੀਂ ਅੱਜ ਚੌਥੇ ਪੌੜੇ ਦਾ ਕਹਿੰਦੇ ਹੋ, ਤੇ ਸਾਡੇ ਰਹਿਬਰ ਭੱਜ ਕੇ ਆਪ ਜ਼ੁਲਮ ਦੇ ਖਿਲਾਫ ਤਵੀਆਂ ਤੇ ਬੈਠੇ ਨੇ, ਸ਼ੀਸ਼ ਲਹਾਏ ਨੇ, ਵੰਸ਼ ਬਾਰੇ ਸਾਡੇ 10 ਰਹਿਬਰ ਹੋਏ ਨੇ, ਤੇ ਅੱਜ ਅਸੀਂ ਸੁੰਗੜ ਕੇ 2% ਤੇ ਕਿਉਂ ਆ? ਜੇ ਇੱਥੇ ਇਹ ਮਸੀਹ ਭਾਈਚਾਰੇ ਦੇ ਖਿਲਾਫ ਕੋਈ ਸਟੇਟਮੈਂਟ ਦਿੰਦੇ ਨੇ, ਇਹ ਐਂ ਕਿਉਂ ਭੁੱਲ ਜਾਂਦੇ ਨੇ ਵੀ ਜਿਹੜੇ ਮੁਲਕਾਂ ਦੇ ਵਿੱਚ ਸਾਡੇ ਬੱਚੇ ਪੜ੍ਹਦੇ ਨੇ, ਅਸੀਂ ਉਹਨਾਂ ਦਾ ਭਵਿੱਖ ਖਤਰੇ 'ਚ ਪਾ ਰਹੇ ਹਾਂ? ਤਾਂ ਉਹ ਲੋਕ ਵੀ ਜਿੱਥੇ ਉਹਨਾਂ ਦੇ ਧਰਮ ਦਾ ਬੋਲਬਾਲਾ ਤੇ ਉਹ ਸਾਡੇ ਬੱਚਿਆਂ ਤੇ ਅਟੈਕ ਕਰ ਸਕਦੇ ਆ ਕਿ ਨਹੀਂ ਕਰ ਸਕਦੇ? ਸਤਿ ਸ਼੍ਰੀ ਅਕਾਲ, ਮੈਂ ਹਾਂ ਅਵਤਾਰ ਸਿੰਘ ਰਾਏਪੁਰ। ਗੱਲਬਾਤ ਕਰਨ ਜਾ ਰਹੇ ਹਾਂ ਅਸੀਂ ਕੁਲਦੀਪ ਸਿੰਘ ਜੀ ਨਾਲ, ਕਿਉਂਕਿ ਪਿਛਲੇ ਦਿਨਾਂ 'ਚ ਜਿਵੇਂ ਕਿ ਆਪਾਂ ਵੇਖ ਹੀ ਰਹੇ ਹਾਂ, ਜਾਤ ਤੇ ਧਰਮ ਤੇ ਗੱਲਬਾਤ ਚੱਲ ਰਹੀ ਹੈ, ਕਿਉਂਕਿ ਧਰਮ ਪਰਿਵਰਤਨ ਹੋ ਰਿਹਾ ਗਾ। ਜ਼ਿਆਦਾ ਐਸੀ ਕਿਉਂ ਜਾ ਰਹੇ ਨੇ, ਧਰਮ ਪਰਿਵਰਤਨ ਕਿਉਂ ਕਰ ਰਹੇ ਨੇ, ਉਸ ਵਿਸ਼ੇ 'ਤੇ ਗੱਲ ਕਰਾਂਗੇ। ਇੱਕ ਜਾਤ ਨੂੰ ਲੈ ਕੇ ਜਿਵੇਂ ਕਿ ਕਾਫੀ ਵਾਦ ਵਿਵਾਦ ਇੱਥੇ ਛਿੜਿਆ ਹੋਇਆ ਪੰਜਾਬ ਦੇ ਵਿੱਚ, ਕੰਟਰੋਵਰਸੀ ਚੱਲ ਰਹੀ ਹੈ ਸੋਸ਼ਲ ਮੀਡੀਆ ਰਾਹੀਂ। ਆਪਾਂ ਵੇਖ ਰਹੇ ਹਾਂ, ਗੱਲਬਾਤ ਕਰਦੇ ਹਾਂ। ਹਾਂਜੀ ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ। ਵੇਖ ਰਹੇ, ਸੁਣ ਰਹੇ, ਤੇ ਆਪ ਜੀ ਦੇ ਚੈਨਲ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਜੀ। ਕੁਲਦੀਪ ਸਿੰਘ ਜੀ, ਸੋਸ਼ਲ ਮੀਡੀਆ ਤੇ ਵੇਖ ਰਹੇ ਹਾਂ, ਜਾਤ ਨੂੰ ਲੈ ਕੇ ਬਹੁਤ ਵਾਦ ਵਿਵਾਦ ਛਿੜਿਆ ਹੋਇਆ ਗਿਆ। ਜਿਹੜੇ ਕਿ ਪਾਸਟਰ ਲੋਕ ਨੇ ਉਹ ਕਹਿ ਰਹੇ ਨੇ ਸਾਡੇ ਕੋਲ ਗਰੀਬ ਜਨਤਾ ਇਸ ਕਰਕੇ ਆ ਰਹੀ ਹੈ ਕਿਉਂਕਿ ਅਸੀਂ ਉਹਨਾਂ ਨੂੰ ਸਤਿਕਾਰ ਦੇ ਰਹੇ ਨੇ। ਗੱਲ ਕੀ ਹੈ, ਕਿਉਂ ਜਾ ਰਹੇ ਨੇ, ਕੀ ਕਾਰਨ ਹੈ ਵੀ ਦੂਸਰੇ ਧਰਮ ਦੇ, ਸਿੱਖ ਧਰਮ ਦੇ ਵਿੱਚ ਲਾ ਲਓ, ਕਿਉਂ ਉਹਨਾਂ ਨੂੰ ਸਤਿਕਾਰ ਮਿਲਦਾ ਨਹੀਂਗਾ? ਕੀ ਬੜਾ ਮਹੱਤਵਪੂਰਨ ਸਵਾਲ ਤੁਸੀਂ ਮੇਰੇ ਤੋਂ ਪੁੱਛਿਆ ਕਿ ਕਿਉਂ ਜਾ ਰਹੇ ਨੇ। ਮੈਂ ਕਹਾਂਗਾ ਤੁਸੀਂ ਹਜੇ ਮੇਰਾ ਸਵਾਲ ਕੁਛ ਅਧੂਰਾ ਛੱਡਤਾ। ਇਹ ਵੀ ਬਲੇਮ ਕੀਤਾ ਜਾ ਰਿਹਾ ਕਿ ਮਸੀਹ ਭਾਈਚਾਰੇ ਨਾਲ ਜਿਹੜੇ ਜੁੜ ਰਹੇ ਨੇ ਉਹ ਸ਼ਡਿਊਲ ਕਾਸਟ ਭਾਈਚਾਰੇ ਨੂੰ ਲਾਲਚ ਦਿੰਦੇ ਨੇ, ਪੈਸੇ ਲੈਂਦੇ ਨੇ, ਫਿਰ ਜਾਂਦੇ ਨੇ। ਇਹ ਮੈਂ ਧਰਮ ਦੇ ਠੇਕੇਦਾਰਾਂ ਤੋਂ ਪੁੱਛਣਾ ਚਾਹਣਾ ਕਿ ਜੇ ਸ਼ਡਿਊਲ ਕਾਸਟ ਸਮਾਜ ਇਕੱਠਾ ਹੋ ਕੇ ਵੋਟਾਂ ਇੱਕ ਪਾਸੇ ਪਾਉਂਦਾ ਤਾਂ ਤੁਸੀਂ ਕਹਿ ਦਿੰਦੇ ਹੋ ਇਹ ਵੋਟਾਂ 'ਚ ਵਿਕ ਗਏ। ਜੇ ਉਹਨਾਂ ਦਾ ਕੋਈ ਛੋਟਾ ਮੋਟਾ ਹੋਰ ਮੈਟਰ ਹੁੰਦਾ ਉੱਥੇ ਵੀ ਤੁਸੀਂ ਕਹਿ ਦਿੰਦੇ ਹੋ ਵਿਕ ਗਏ। ਹੁਣ ਤੁਹਾਡੀਆਂ ਨਾਕਾਮੀਆਂ ਕਾਰਨ, ਤੁਹਾਡੇ ਤੋਂ ਅੱਕ ਕੇ, ਤੁਹਾਡੇ ਤੋਂ ਦੁਖੀ ਹੋ ਕੇ ਜੇ ਉਹ ਧਰਮ ਤਬਦੀਲ ਕਰਦੇ ਨੇ ਤਾਂ ਫਿਰ ਤੁਸੀਂ ਉਹਨਾਂ ਨੂੰ ਕਹਿ ਦਿੰਦੇ ਹੋ ਉਹ ਧਰਮ ਤਬਦੀਲ ਕਰਨ ਦੇ ਵੀ ਪੈਸੇ ਲੈ ਗਏ, ਉੱਥੇ ਵਿਕ ਗਏ, ਉਹ ਤਾਂ ਜਾਂਦੇ ਆ। ਤੁਸੀਂ ਆਪਣੇ ਮੰਜੇ ਥੱਲੇ ਸੋਟੀ ਕਿਉਂ ਨਹੀਂ ਮਾਰਦੇ? ਮੈਂ ਤੁਹਾਡੇ ਚੈਨਲ ਰਾਹੀਂ ਮਾਨਯੋਗ ਰਣਜੀਤ ਸਿੰਘ ਢੱਡਰੀਆਂ ਵਾਲੇ ਜੀ ਜਾਂ ਪੰਥਪ੍ਰੀਤ ਜੀ ਲਾ ਲਓ, ਬਲਜੀਤ ਸਿੰਘ ਦਾਦੂ ਜੀ ਲਾ ਲਓ, ਜਾਂ ਖੇੜੀ ਵਾਲੇ ਬਾਬਾ ਜੀ ਲਾ ਲਓ, ਵੱਡੇ ਵੱਡੇ ਵਿਦਵਾਨ, ਮੈਂ ਇਹਨਾਂ ਨੂੰ ਤੁਹਾਡੇ ਚੈਨਲ ਰਾਹੀਂ ਪੁੱਛਣਾ ਚਾਹਣਾ ਕਿ ਅੱਜ ਤੱਕ ਮੈਨੂੰ ਇਹ ਦੱਸਣ ਕਿ ਬਾਬਾ ਜੀਵਨ ਸਿੰਘ ਦੀ ਵੰਸ਼ ਮਜ਼੍ਹਬੀ ਸਿੱਖ ਸਮਾਜ ਜਾਂ ਰਮਦਾਸੀਆ ਸਿੱਖ ਜਾਂ ਧਾਨਕਾ ਜਾਂ ਬੌਰੀਆ, ਉਹਨਾਂ ਦੇ ਘਰਾਂ ਦੇ ਵਿੱਚ ਕੋਲ ਜਾ ਕੇ ਕਿੰਨੇ ਦੀਵਾਨ ਲਾਏ ਨੇ, ਕਿੰਨੇ ਉਹਨਾਂ ਦੇ ਘਰਾਂ ਦੇ ਕੋਲੇ ਜਾ ਕੇ ਕਿੰਨੇ ਵਾਰ ਗੁਰੂ ਦੀ ਗੱਲ ਕੀਤੀ ਆ ਕਿ ਤੁਹਾਡੇ ਰਹਿਬਰ ਇਸ ਤਰ੍ਹਾਂ ਦੇ ਹੋਏ ਸੀ, ਸਿੱਖ ਇਤਿਹਾਸ ਦੇ ਲਈ ਹਰੀ ਸਿੰਘ ਨਲੂਏ ਵਰਗੇ ਸ਼ੇਰਾਂ ਦੇ ਮੂੰਹ ਜਵਾੜੇ ਪਾੜਦੇ ਰਹੇ ਨੇ। ਬਾਬਾ ਸੰਗਤ ਸਿੰਘ ਦੀ ਇਤਿਹਾਸ ਦੇ ਵਿੱਚ ਕੀ ਕੁਰਬਾਨੀ ਸੀ? ਵੀਰ ਸਿੰਘ ਧੀਰ ਸਿੰਘ ਜਦੋਂ ਗੁਰੂ ਨੇ ਗੋਲੀ ਦਾ ਨਿਸ਼ਾਨਾ ਪਰਖਣ ਵਾਸਤੇ ਕਿਹਾ ਸੀ, ਇਹ ਡੱਲੇ ਦਾ ਲਾਣਾ ਜਿਹੜਾ ਗੁਰੂ ਨੂੰ ਪਿੱਠ ਦਿਖਾ ਕੇ ਭੱਜਿਆ ਸੀ, ਸਾਡੇ ਜਿਹੜੇ ਕੌਮ ਦੇ ਰਹਿਬਰ ਵੀਰ ਸਿੰਘ ਧੀਰ ਸਿੰਘ ਹਿੱਕ ਤਾਣ ਕੇ ਅੱਗੇ ਗੁਰੂ ਦੇ ਅੱਗੇ ਖੜ ਗਏ ਸੀ ਕਿ ਸਾਡੀ ਹਿੱਕ ਤੇ ਨਿਸ਼ਾਨਾ ਚੈੱਕ ਕਰੋ। ਤਾਂ ਮੈਂ ਹੁਣ ਇਹ ਕਹਿਣਾ ਚਾਹਣਾ, ਦੱਸਣਾ ਚਾਹਣਾ ਕਿ ਉਹ ਲੋਕਾਂ ਨੂੰ ਸਾਡੇ ਰਹਿਬਰਾਂ ਦੀਆਂ ਕੁਰਬਾਨੀਆਂ ਤੁਸੀਂ ਆ ਕੇ ਕਿੰਨੀਆਂ ਕੁ ਦੱਸੀਆਂ ਨੇ। ਤੁਸੀਂ ਸ਼ਡਿਊਲ ਕਾਸਟ ਸਮਾਜ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਔਖੇ ਟਾਈਮ ਦੇ ਵਿੱਚ ਗੁਰੂ ਸਾਹਿਬਾਨਾਂ ਦੇ ਕੰਮ ਆਏ, ਸਿੱਖ ਇਤਿਹਾਸ ਦੇ ਵਿੱਚ ਕੰਮ ਆਏ। ਬਾਬਾ ਜੀਵਨ ਸਿੰਘ 11 ਮੈਂਬਰ ਪਰਿਵਾਰ ਦੇ ਸ਼ਹੀਦ ਹੋਏ। ਐਡੀਆਂ ਕੁਰਬਾਨੀਆਂ ਕਰਨ ਵਾਲੇ ਸਮਾਜ ਨੂੰ ਤੁਸੀਂ ਅੱਜ ਚੌਥੇ ਪੌੜੇ ਦਾ ਕਹਿੰਦੇ ਹੋ। ਤੁਸੀਂ ਉਹਨਾਂ ਦੇ ਬੱਚਿਆਂ ਵੱਲ, ਜੇ ਕਿਸੇ ਦਾ ਮਾਂ ਜਾਂ ਪਿਓ ਇਸ ਸੰਸਾਰ ਤੋਂ ਚਲਾ ਗਿਆ, ਤੁਸੀਂ ਉਹਨਾਂ ਨੂੰ ਕੋਈ ਪੜ੍ਹਾਉਣ ਦਾ ਕੰਮ ਨਹੀਂ ਕਰਦੇ। ਗੁਰੂ ਨੇ ਤਾਂ ਕਿਹਾ ਸੀ ਕਿ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਵੋ, ਗੁਰੂ ਨੇ ਕਿਹਾ ਸੀ। ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਮਤਲਬ ਕੀ ਹੁੰਦਾ? ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਮਤਲਬ ਹੁੰਦਾ ਕਿ ਜਿਹੜਾ ਜਾਤੀਵਾਦ ਦਾ ਧੌਣ ਦੇ ਵਿੱਚ ਕਿੱਲਾ, ਗੁਰੂ ਕਹਿੰਦਾ
ਜਦੋਂ ਬਾਣੀ ਇਹ ਕਹਿ ਰਹੀ ਹੈ ਜੇ ਮੱਥਾ ਟੇਕਣ ਦਾ ਮਤਲਬ ਹੁੰਦਾ ਨਤਮਸਤਕ ਹੋਣ ਦਾ ਮਤਲਬ ਇਹ ਹੁੰਦਾ ਆਪਣੀ ਸੋਚ ਛੱਡ ਕੇ ਗੁਰੂ ਦੀ ਸੋਚ ਨੂੰ ਅਪਣਾਉਣਾ, ਜਾਤੀ ਬਾਤੀ ਵਾਲੇ ਸਿਸਟਮ ਚੋਂ ਨਿਕਲਣਾ। ਗੁਰੂ ਨੇ ਕਿਹਾ ਗਰੀਬ ਦੇ ਮੂੰਹ ਨੂੰ ਗੋਲਕ ਦਾ ਦਰਜਾ ਦਿੱਤਾ, ਜਿਹੇ ਜਿਹਾ ਗੋਲਕ 'ਚ ਪੈਸਾ ਪਾ ਲਿਆ ਉਹੇ ਜਿਹਾ ਗਰੀਬ ਨੂੰ ਆਪਾਂ 2 ਟਾਈਮ ਦੀ ਰੋਟੀ ਦਾ ਪ੍ਰਬੰਧ ਕਰ ਲਿਆ। ਤਾਂ ਫਿਰ ਮੈਂ ਇਹ ਧਰਮ ਦੇ ਠੇਕੇਦਾਰਾਂ ਤੋਂ ਪੁੱਛਣਾ ਚਾਹਣਾ ਕਿ 40 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰ ਰਵਿਦਾਸ ਮਹਾਰਾਜ ਦੇ ਦਰਜ ਹੋਣ ਤੇ ਤੁਸੀਂ ਕਿੰਨੇ ਵਾਰ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਹਰਿਮੰਦਰ ਸਾਹਿਬ ਦੇ ਵਿੱਚ, ਦੱਸ ਦਿਓ ਮੈਨੂੰ। ਜਿਹੜੇ ਪਿੰਡਾਂ ਦੇ ਵਿੱਚ ਗੁਰੂ ਘਰ ਨੇ ਉਹਨਾਂ ਵਿੱਚ ਕਿੰਨਿਆਂ ਦੇ ਵਿੱਚ ਤੁਸੀਂ ਸ਼੍ਰੋਮਣੀ ਜੀਵਨ ਸਿੰਘ ਦਾ ਜਨਮ ਦਿਹਾੜਾ ਮਨਾਇਆ, ਕਿੰਨਿਆਂ 'ਚ ਭਗਵਾਨ ਵਾਲਮੀਕ ਦਾ ਜਨਮ ਦਿਹਾੜਾ ਮਨਾਇਆ, ਕਿੰਨਿਆਂ 'ਚ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ ਜਨਮ ਦਿਹਾੜਾ ਮਨਾਇਆ। ਤੁਸੀਂ ਸਾਨੂੰ ਤਾਂ ਇਗਨੋਰ ਮਾਰਨਾ ਹੀ ਮਾਰਨਾ, ਤੁਸੀਂ ਸਾਡੇ ਰਹਿਬਰ ਸਾਡੇ ਗੁਰੂਆਂ ਨੂੰ ਵੀ ਇਗਨੋਰ ਮਾਰਦੇ ਹੋ। ਤਾਂ ਜਦੋਂ ਕੋਈ ਮਾਣ ਸਨਮਾਨ ਨਹੀਂ ਮਿਲਦਾ, ਜਦੋਂ ਕਿਸੇ ਦੇ ਦੁੱਖ ਤਕਲੀਫ ਦੇ ਵਿੱਚ ਕਿਆ ਫਰਕ ਪੈਂਦਾ। ਜੇ ਇੱਕ ਚੰਗਾ ਸਕੂਲ ਗਰੀਬ ਬੱਚਿਆਂ ਦੇ ਲਈ, ਮੈਂ ਨਹੀਂ ਕਹਿੰਦਾ ਉਹ ਤੁਸੀਂ ਆਪ ਤਸਦੀਕ ਕਰੋ, ਗਰੀਬ ਬੱਚਿਆਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਸਾਂਝਾ ਸਕੂਲ ਖੋਲ੍ਹਿਆ ਜਾਵੇ ਤੇ ਉਹਨਾਂ ਨੂੰ ਸਿੱਖ ਇਤਿਹਾਸ ਦੇ ਨਾਲ ਜੁੜਿਆ ਜਾਵੇ, ਉਹਨਾਂ ਦੇ ਬਜ਼ੁਰਗਾਂ ਉਹਨਾਂ ਦੀਆਂ ਰਹਿਬਰਾਂ ਦੀਆਂ ਉਹਨਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਾਇਆ ਜਾਵੇ। ਮੈਂ ਇੱਥੇ ਇਹ ਵੀ ਕਹਿਣਾ ਚਾਹਾਂਗਾ ਕਿ ਜੇ ਮੈਂ ਗੱਲ ਕਰਾਂ ਸਭ ਤੋਂ ਸਿਸਟਮ ਦੇ ਤਹਿਤ ਮਸੀਹ ਭਾਈਚਾਰੇ ਦੀ ਜਿਹੜੀ ਦੀ ਆਪਾਂ ਗੱਲ ਕਰਦੇ ਹਾਂ, ਉਹਨਾਂ ਦੇ ਰਹਿਬਰ ਹੋਏ ਯਿਸੂ ਮਸੀਹ ਜੀ, ਜਿਨ੍ਹਾਂ ਨੂੰ ਸਮੇਂ ਦੀ ਹਕੂਮਤ ਨੇ, ਉਹ ਸਮੇਂ ਦੀ ਹਕੂਮਤ ਨੇ ਮਸੀਹ ਜੀ ਜ਼ੁਲਮ ਦੇ ਖਿਲਾਫ ਲੜ ਰਹੇ ਸੀ ਜਦੋਂ, ਤਾਂ ਉਹਨਾਂ ਨੂੰ ਸਲੀਬ ਤੇ ਟੰਗਿਆ ਗਿਆ, ਹੱਥਾਂ ਦੇ ਵਿੱਚ ਕਿੱਲ ਗੱਡੇ ਗਏ, ਪੈਰਾਂ ਦੇ ਵਿੱਚ ਕਿੱਲ ਗੱਡ ਕੇ ਸਲੀਬ ਤੇ ਟੰਗਿਆ ਗਿਆ। ਧੱਕੇ ਨਾਲ ਸਮੇਂ ਦੇ ਹੁਕਮਰਾਨਾਂ ਨੇ ਉਹਨਾਂ ਤੇ ਜ਼ੁਲਮ ਕੀਤਾ। ਉਹ ਅੱਜ ਪੂਰੇ ਲਿਆ ਹੋਇਆ ਧਰਮ ਆ। ਜਿੱਥੇ ਇਹਨਾਂ ਦੇ ਬੱਚੇ ਪੜ੍ਹਨ ਜਾਂਦੇ ਨੇ ਕੈਨੇਡਾ ਆਸਟ੍ਰੇਲੀਆ, ਉੱਥੇ ਉਸ ਧਰਮ ਦਾ ਸਭ ਤੋਂ ਵੱਧ ਬੋਲਬਾਲਾ ਉਹ ਇਹਨਾਂ ਨੂੰ ਵੀ ਪਤਾ, ਸਾਨੂੰ ਵੀ ਪਤਾ। ਹਾਂ, ਉਹਨਾਂ ਦਾ ਪੂਰੇ ਬਹੁਤ। ਤੇ ਸਾਡੇ ਰਹਿਬਰ ਭੱਜ ਕੇ ਆਪ ਜ਼ੁਲਮ ਦੇ ਖਿਲਾਫ ਤਵੀਆਂ ਤੇ ਬੈਠੇ ਨੇ, ਸ਼ੀਸ਼ ਲਹਾਏ ਨੇ, ਵੰਸ਼ ਵਾਰਿਆ। 10.5 ਰਹਿਬਰ ਹੋਏ ਨੇ ਤੇ ਅੱਜ ਅਸੀਂ ਸੁੰਗੜ ਕੇ 2% ਤੇ ਕਿਉਂ ਆ ਗਏ। ਇਹ ਚੀਜ਼ ਵੱਲ ਸਾਨੂੰ ਗੌਰ ਕਰਨੀ ਪਊ ਕਿ 10.5 ਰਹਿਬਰ ਹੋਏ, 10 ਰਹਿਬਰ ਹੋਣ ਦੇ ਬਾਵਜੂਦ ਇੱਕੋ ਇੱਕ ਨੇਤਾ ਭਾਰਤ ਦੇ ਵਿੱਚ ਸਾਹਿਬ ਸ਼੍ਰੀ ਕਾਂਚੀ ਰਾਮ ਹੋਇਆ। ਜਦੋਂ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਦੀ ਜੋ ਚੋਣ ਜਿੱਤੀ ਤਾਂ ਸਾਹਿਬ ਨੇ ਕਿਹਾ ਸੀ ਲੋਕ ਸਭਾ ਦੇ ਵਿੱਚ ਕਿ ਮੇਰੀ ਪਾਰਟੀ ਦਾ ਚੋਣ ਮੈਨੀਫੈਸਟੋ ਜਦੋਂ ਪੱਤਰਕਾਰ ਸਾਹਿਬਾਨਾਂ ਨੇ ਪੁੱਛਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਆ, ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਪੂਰੇ ਭਾਰਤ ਭਰ 'ਤੇ ਲਾਗੂ ਕਰਨਾ ਚਾਹੁੰਦਾ। ਗੁਰੂ ਦੀ ਓਟ ਲੈ ਕੇ ਗੁਰੂ ਦੀ ਸੋਚ पूरे भारत भर दे विच लागू होवे। मानस की जात सब एक पहचान वो इन गरीबन को, गुरु ने गरीबां दी गल कीती सी कि इन गरीबन को दूम पातशाही, गुरु गरीब नूं पातशाही देण दी गल करदा सी ते कुछ लोकां ने इन्हां नूं राजपुरे तक सीमित करके रखिया होया। ते जे सही धर्म दे ठेकेदार डल्ले दे लाणे दे हत्थ दे विच अज प्रबंधक सिस्टम ना हुंदा तां साडा सिख धर्म पूरे भारत विच इहो जिहा कोई धर्म नहीं हो सकदा। अज पूरे विश्व साडा डंका बजना से। कुलदीप सिंह जी की कहोगे, पिछले दिन सिंह साहब ने भी जिहड़े बयान दिते सीगे सुनी हुणे मसीही भाईचारे बारे भी उन्होंने जिहड़े पास्टर ने उन्होंने बारे भी उन्होंने बयान दिते कि जरूरत नहीं हैगी भी इन्हां पास्टर नाल लड़न दी बजाय कि जिहड़े लोग जा रहे ने उन्हां नूं प्रेरित करके आपदे वल अपने धर्म वल खिच्चिया जा सकदा। देखो जी, तुसीं बहुत काबले सवाल पुछिया, बड़ा वड्डा तुहाडे चैनल दा नाम आ बे लड़न दी बजाय जे इत्थे इह मसीह भाईचारे दे खिलाफ कोई स्टेटमेंट दिंदे ने, ये ऐं क्यों भुल जाते हैं भी ਜਿਹੜੇ ਮੁਲਕਾਂ ਦੇ ਵਿੱਚ ਸਾਡੇ ਬੱਚੇ ਪੜ੍ਹਦੇ ਨੇ ਅਸੀਂ ਉਹਨਾਂ ਦਾ ਭਵਿੱਖ ਖਤਰੇ 'ਚ ਪਾ ਰਹੇ ਹਾਂ। ਤਾਂ ਉਹ ਲੋਕ ਵੀ ਜਿੱਥੇ ਉਹਨਾਂ ਦੇ ਧਰਮ ਦਾ ਬੋਲਬਾਲਾ ਤੇ ਉਹ ਸਾਡੇ ਬੱਚਿਆਂ ਤੇ ਅਟੈਕ ਕਰ ਸਕਦੇ ਆ ਕਿ ਨਹੀਂ ਕਰ ਸਕਦੇ। ਸਾਡੇ ਬੰਦੇ ਅਨਪੜ੍ਹਤਾ ਦੇ ਕਾਰਨ ਕਿਸੇ ਧਰਮ ਦੀ ਆਲੋਚਨਾ ਜਾਂ ਉਹਨਾਂ ਦੀ ਕੁੱਟਮਾਰ ਕਰਨੀ ਇਹ ਸੰਵਿਧਾਨ ਇਜਾਜ਼ਤ ਨਹੀਂ ਦਿੰਦਾ। ਉਹਨਾਂ ਨੂੰ ਦੱਸ ਕੇ, ਉਹਨਾਂ ਨੂੰ ਪ੍ਰੇਮ ਨਾਲ, ਉਹਨਾਂ ਦੇ ਰਹਿਬਰਾਂ ਦੀਆਂ ਕੁਰਬਾਨੀਆਂ ਉਹਨਾਂ ਦੇ ਯਾਦ ਕਰਾ ਕੇ, ਜਿਹੜੇ ਸਮਾਜ ਦੇ ਵਿੱਚ ਸਭ ਤੋਂ ਜ਼ਿਆਦਾ ਵੋਟਾਂ ਵੇਲੇ ਸ਼ਰਾਬਾਂ ਵੰਡਣ ਦਾ ਕੰਮ ਕਰਦੇ ਨੇ, ਨਸ਼ਿਆਂ ਤੇ ਪਹਿਲਾਂ ਹੁਣ ਸੂਬੇ ਦਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ, ਵਿੱਚੋਂ ਗੱਲ ਨਿਕਲਦੀ ਆ ਕਿ ਜਿਹੜਾ ਇਸ ਟਾਈਮ ਭਗਵੰਤ ਮਾਨ ਜੀ ਨੇ ਕਿ ਸੁਖਬੀਰ ਬਾਦਲ ਤੇ ਮਜੀਠੀਆ ਚਿੱਟਾ ਵੇਚਦੇ ਨੇ ਤਾਂ ਪੰਜਾਬ ਦੇ ਵਿੱਚ ਵਿਕਦਾ। ਫਿਰ ਕੈਪਟਨ ਅਮਰਿੰਦਰ ਤੇ ਗੱਲ ਆਈ ਆ ਕਿ ਉਹ ਚਿੱਟਾ ਵਿਕਾਉਂਦਾ, ਫਿਰ ਚੰਨੀ ਤੇ ਗੱਲ ਆਈ ਵੀ ਉਹ ਚਿੱਟਾ ਵਿਕਾਉਂਦਾ, ਤੇ ਫਿਰ ਚਿੱਟਾ ਤਾਂ ਹੁਣ ਵੀ ਹੁਣ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਵਿਕਾਉਂਦਾ। ਕਿਹੜੀ ਵਿਧਾਨ ਸਭਾ ਕਿਹੜੇ ਪਿੰਡ 'ਚ ਚਿੱਟੇ ਦਾ ਉਸੇ ਪਿੰਡ 'ਚ ਹੀ ਮਿਲ ਜੂ। ਤਾਂ ਫਿਰ ਹੁਣ ਇਹ ਮੰਤਰੀ ਚਿੱਟਾ ਵਿਕਾ ਰਿਹਾ, ਤੇ ਜੇ ਫਿਰ ਵਿਕਾ ਰਿਹਾ ਤੇ ਫਿਰ ਬੰਦ ਕਿਉਂ ਨਹੀਂ ਕਰਦਾ। ਮੇਰਾ ਕਹਿਣਾ ਚਾਹੁੰਦਾ ਵੀ ਉਹ ਜਿਹੜਾ ਗਰੀਬ ਸਮਾਜ ਆਰਥਿਕ ਪੱਖੋਂ ਤੁਸੀਂ ਉਹਨਾਂ ਨੂੰ ਗਮਰਾਹ ਕਰਦੇ ਹੋ ਯਾਰ। ਤੁਸੀਂ ਗਰੀਬ ਮਹਿਲਾਵਾਂ ਨੂੰ ਕਿਹਾ
ਵੀ ਵੋਟਾਂ ਪਾਓ, ਤੁਹਾਡੇ ਖਾਤੇ 'ਚ ਗੱਦੀ ਤੇ ਬੈਠਣ ਸਾਰਾ ਹਜ਼ਾਰ ਰੁਪਇਆ ਆ ਜਾਊਗਾ। ਅਸੀਂ ਸ਼ਗਨ ਸਕੀਮਾਂ ਡਬਲ ਕਰ ਦਾਂਗੇ, ਅਸੀਂ ਵਿਧਵਾ ਪੈਨਸ਼ਨ ਡਬਲ ਕਰ ਦਾਂਗੇ, ਅਸੀਂ ਬੁਢਾਪਾ ਪੈਨਸ਼ਨ ਡਬਲ ਕਰ ਦਾਂਗੇ। ਉਹ ਤੁਹਾਡੀਆਂ ਗੱਲਾਂ ਦੇ ਵਿੱਚ ਸ਼ਡਿਊਲ ਕਾਸਟ ਸਮਾਜ ਗੁੰਮਰਾਹ ਹੋ ਕੇ ਤੁਹਾਨੂੰ ਮਤਦਾਨ ਕਰ ਬੈਠਿਆ ਤੇ ਤੁਸੀਂ ਰਾਜ ਸੱਤਾ ਦੇ ਵਿੱਚ ਬੈਠ ਕੇ 5.5 ਮਹੀਨੇ ਹੋ ਗਏ ਸੱਤਾ ਦੇ ਵਿੱਚ, ਇੱਕ ਵੀ ਮਜ਼ਦੂਰ ਦੀ ਕਦੇ ਤੁਸੀਂ ਗੱਲ ਨਹੀਂ ਕਰੀ। ਜੇ ਮਜ਼ਦੂਰ ਦੀ ਦਿਹਾੜੀ ਵਧਾਉਣ ਵਾਸਤੇ ਗੱਲ ਕਰਦੇ ਆ, ਦੋ ਮੂੰਹਾਂ ਸੱਪ ਤੁਹਾਡੇ ਲੜਦਾ। ਗਰੀਬ ਦੀ ਮਜ਼ਦੂਰ ਦੀ ਦਿਹਾੜੀ ਨਹੀਂ ਵਧਾਈ ਜਾ ਰਹੀ। ਨਰਮੇ ਦੀ ਫਸਲ ਮਰੀ, ਸਾਰੇ ਕਿਸਾਨ ਭਰਾਵਾਂ ਨੂੰ ਮਿਲਣਾ ਚਾਹੀਦਾ ਸੀ 17 ਹਜ਼ਾਰ ਰੁਪਇਆ ਮੁਆਵਜ਼ਾ ਮਿਲਿਆ, ਤੇ ਜਿਹੜਾ ਸ਼ਡਿਊਲ ਕਾਸਟ ਨੂੰ 1700 ਨਾ ਮਾਤਰ 1700 ਰੁਪਇਆ ਘਰ ਮੰਗ ਰਾਇਆ ਸੀ। ਦੂਜੀ ਨਰਮੇ ਦੀ ਫਸਲ ਆ ਗਈ, ਤੁਸੀਂ ਹਜੇ ਤੱਕ ਨਹੀਂ ਦੇ ਰਹੇ। ਇਹ ਫਿਰ ਕਾਣੀ ਬਾਂਡਾ, ਫਿਰ ਲੋਕ ਅੱਕ ਕੇ ਹੋਰ ਕੀ ਕਰਨਗੇ। ਕੁਲਦੀਪ ਸਿੰਘ ਜੀ, ਆਪਾਂ ਜਾਤੀ ਬੰਧਨ ਤੇ ਗੱਲ ਕਰ ਲਈਏ ਵੀ ਜਾਤ ਨੂੰ ਲੈ ਕੇ ਪਿਛਲੇ ਦਿਨਾਂ 'ਚ ਵੇਖਣ ਗੁਰਵਿੰਦਰ ਸਿੰਘ ਰੰਗਰੇਟਾ ਜੋ ਲੁਧਿਆਣੇ ਤੋਂ, ਉਹਨਾਂ ਨਾਲ ਵੀ ਕਾਫੀ ਉਹਨਾਂ ਨੇ ਇੱਕ ਆਵਾਜ਼ ਉਠਾਈ ਸੀ ਵੀ ਜਿਹੜੇ ਸਾਨੂੰ ਇਹ ਅਪਸ਼ਬਦ ਬੋਲਦੇ ਨੇਗੇ ਜਾਂ ਕੁਛ ਵੀ ਕਹਿ ਕੇ ਉਹਨਾਂ ਨੂੰ ਬੁਲਾਉਂਦੇ ਨੇ। ਉਹਨਾਂ ਨੇ ਜਿਹੜਾ ਜੱਟਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀਗਾ, ਉਹਦੇ ਮਗਰ ਸਾਰੇ ਪੈ ਗਏ ਸੀ, ਸਾਰਿਆਂ ਨੇ ਆਪੋ ਆਪਣੇ ਬਿਆਨ ਦਿੱਤੇ ਸੀਗੇ। ਕਾਰਨ ਕੀ ਮੰਨਦੇ ਹੋ ਵੀ ਇਹ ਜੇ ਜਾਤ ਦਾ ਸਿਲਸਿਲਾ ਨਹੀਂ ਹੈਗਾ ਫਿਰ ਉਹ ਬੋਲਦੇ ਕਿਉਂ? ਮੈਂ ਤੁਹਾਡੀ ਗੱਲ ਨਾਲ, ਜਿਹੜੀ ਮਾਨਯੋਗ ਗੁਰਿੰਦਰ ਰੰਘੇਟਾ ਜੀ ਦੀ ਗੱਲਬਾਤ ਆ, ਉਹ ਗੱਲਬਾਤ ਨਾਲ ਮੈਂ ਸਹਿਮਤ ਨਹੀਂ, ਕਿਉਂਕਿ ਕਿਸਾਨਾਂ ਨਾਲ ਸਾਡਾ 9 ਮਾਸ ਦਾ ਰਿਸ਼ਤਾ। ਮਾੜਾ ਅਨਸਰ ਹਰੇਕ ਬਰਾਦਰੀ ਦੇ ਵਿੱਚ ਹੁੰਦਾ। ਮਜ਼੍ਹਬੀ ਸਿੱਖ ਭਾਈਚਾਰੇ 'ਚ ਮਾੜੇ ਅਨਸਰ ਨਹੀਂ ਹੈਗੇ, ਰਮਦਾਸੀਆ ਸਿੱਖ 'ਚ ਮਾੜੇ ਅਨਸਰ ਨਹੀਂ, ਤਾਂ ਫਿਰ ਕਿਸਾਨਾਂ 'ਚ ਵੀ ਹੈਗੇ ਨੇ ਮਾੜੇ ਅਨਸਰ। ਉਹ ਪਿੰਡਾਂ ਦੇ ਵਿੱਚ ਬਾਈਕਾਟ ਵੀ ਕਰਵਾ ਦਿੰਦੇ ਨੇ। ਮਾੜਾ ਅਨਸਰ ਹਰੇਕ ਭਾਈਚਾਰੇ 'ਚ। ਭਾਈਚਾਰਾ ਕੋਈ, ਗੁਰੂ ਨੇ ਤਾਂ ਫਿਰ ਸਰਬ ਸਮਾਜ ਦੀ ਗੱਲ ਕਰੀ ਸੀ ਨਾ। ਗੁਰੂ ਨੇ ਤਾਂ ਬਾਟੇ 'ਚੋਂ ਅੰਮ੍ਰਿਤ ਛਕਾਇਆ, ਕਹਿੰਦਾ ਤੂੰ ਅੱਜ ਤੋਂ ਰਮਦਾਸੀਆ ਜਾਂ ਮਜ਼੍ਹਬੀ ਜਾਂ ਧਾਨਕਾ ਬੌਰੀਆ ਜਾਂ ਜੱਟ ਨਹੀਂ, ਤੂੰ ਅੱਜ ਤੋਂ ਗੁਰੂ ਦਾ ਸਿੱਖ ਹਾਂ। ਸਾਨੂੰ ਗੁਰੂ ਨੇ ਬਰਾਬਰਤਾ ਦਾ ਹੱਕ ਲੈ ਕੇ ਦਿੱਤਾ ਸੀ। ਇਸ ਕਰਕੇ ਅਸੀਂ ਰੰਘੇਟਾ ਜੀ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ। ਉਹ ਕਹਿੰਦੇ ਵੀ ਇਸ ਤਾਂ ਮਜ਼ਲੂਮਾਂ ਦੀ ਗੱਲ ਕਰਦੇ ਆ, ਇਸ ਤਾਂ ਮਜ਼ਲੂਮਾਂ ਨੂੰ, ਦੋਨਾਂ ਨੂੰ ਰਾਜ ਸੱਤਾ ਦਾ ਦੱਸੋ ਨਾ। ਮਜ਼ਲੂਮਾਂ ਨੂੰ ਦੱਸੋ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਆਪਦੇ 4 ਬੇਟੇ, ਆਪਦੇ 4 ਬੱਚੇ ਬਾਰੇ ਨੇ ਤਾਂ ਵੋਟ ਲੈ ਕੇ ਦਿੱਤੀ ਆ, ਤੇ ਵੋਟ ਪਰਦੇ ਪਿੱਛੇ, ਹੁਣ ਤਲਵਾਰਾਂ ਚੱਕਣ ਦੀ ਲੋੜ ਨਹੀਂ, ਹੁਣ ਬੰਦੂਕਾਂ ਚੱਕਣ ਦੀ ਲੋੜ ਨਹੀਂ, ਹੁਣ ਤਾਂ ਪਰਦੇ ਪਿੱਛੇ ਜਾ ਕੇ ਆਪਦੇ ਹੱਕ ਵਾਲਾ ਬਟਨ ਦੱਬਣਾ। ਰਾਜ ਭਾਗ ਦੀ ਗੱਲ ਤਾਂ ਅਸੀਂ ਜ਼ਰੂਰ ਕਰ ਸਕਦੇ ਹਾਂ ਵੀ ਆਬਾਦੀ ਸਾਡੀ 52% ਆ ਤੇ ਅਸੀਂ ਆਪਦੇ ਰਾਜ ਭਾਗ ਦੀ ਗੱਲ ਕਰੀਏ। ਪਰ ਜਿਹੜੀ ਗੱਲ ਤੁਸੀਂ ਕਰਦੇ ਹੋ, ਬੜਾ ਤੁਹਾਡਾ ਕਾਬਲੇ ਸਵਾਲ ਆ। ਮੈਂ ਫਿਰ ਕਹੂੰਗਾ ਵੀ ਮੈਨੂੰ ਤੁਹਾਡੇ ਸਵਾਲ ਬੜੇ ਅੱਛੇ ਲੱਗੇ ਨੇ ਕਿ ਦੇਖੋ ਰੰਘੇਟਾ ਜੀ ਬੋਲੇ, ਮੈਂ ਤਾਂ ਉਹਨਾਂ ਦੀ ਸੋਚ ਨਾਲ ਸਹਿਮਤ ਨਹੀਂ। ਸਾਰਾ ਪੰਜਾਬ ਉਹਨਾਂ ਦੇ ਮਗਰ ਪੈ ਗਿਆ, ਚਲੋ ਪੈਣਾ ਚਾਹੀਦਾ। ਮੈਂ ਕਹਿਣਾ ਸਿਮਰਨਜੀਤ ਸਿੰਘ ਮਾਨ ਜਿਹੜਾ ਸਰਦਾਰ ਆ, ਉਹ ਸ਼ਰੇਆਮ ਭਗਤ ਸਿੰਘ ਨੂੰ ਕਹਿ ਰਿਹਾ ਕਿ ਇਹ ਕੀ ਆ, ਅੱਤਵਾਦੀ ਆ, ਇਹ ਸ਼ਹੀਦ ਨਹੀਂ, ਇਹ ਡਰਾਮੇਬਾਜ਼ ਸੀ, ਇਹ ਕੋਈ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਇਹਨੂੰ। ਤੇ ਜੇ ਇਹੀ ਗੱਲ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਭਗਤ ਸਿੰਘ ਲਈ ਕਰ ਲਈ ਹੁੰਦੀ ਜਾਂ ਕਿਸੇ ਸ਼ਡਿਊਲ ਕਾਸਟ ਨੇ ਕੀਤੀ ਹੁੰਦੀ ਤੇ ਉਹਦੇ ਘਰ ਨੂੰ ਅੱਗ ਲਾ ਕੇ ਮਚਾ ਦਿੰਦੇ। ਇਹ ਵੱਡੇ ਠੇਕੇਦਾਰ ਨੇ ਜਿਹੜੇ ਰੰਘੇਟੇ ਤੇ ਲੱਗੇ ਹੋਏ ਸੀ ਬੋਲਣ, ਤਾਂ ਉਹ ਸਿਮਰਜੀਤ ਸਿੰਘ ਮਾਨ ਤੇ ਕਿਉਂ ਨਹੀਂ ਬੋਲੇ? ਭਗਤ ਸਿੰਘ ਨੇ ਸ਼ਹੀਦ ਹੋਏ ਨੇ। ਕਾਰਨ ਕੀ ਮੰਨਦੇ ਫਿਰ? ਕੀ ਇਹਦੇ ਵਿੱਚ ਸ਼ਰੇਆਮ ਤੁਹਾਨੂੰ ਵੀ ਝਲਕ ਰਿਹਾ ਵੀ ਮਾੜੀ ਸੋਚ ਵਾਲੇ ਅਨਸਰ ਹੈਗੇ ਨੇ। ਤੇ ਜਦੋਂ ਸਿਮਰਨਜੀਤ ਸਿੰਘ ਮਾਨ ਬਹੁ ਗਿਣਤੀ ਜਿਹੜੀ ਜੱਟ, ਜਿਵੇਂ ਜੱਟ ਨੇ, ਫਿਰ ਜੇ ਉਹ ਜਿਵੇਂ ਉਹ ਸਿਮਰਜੀਤ ਮਾਨ ਜੱਟ ਨੇ, ਕਿ ਫਿਰ ਇਹ ਮੰਨ ਸਕਦੇ ਵੀ ਤੁਸੀਂ, ਤੁਹਾਡਾ ਕਹਿਣਾ ਇਹ ਹੈ ਵੀ ਉਹ ਜੱਟ ਨੇ ਤਾਂ ਜੱਟ ਵਾਲੀ ਗੱਲ ਕਰਦੇ ਨੇ? ਮੈਂ ਪਹਿਲਾਂ ਇਹ ਗੱਲ ਕਹੀ ਆ ਵੀ ਸਾਰਾ ਕਿਸਾਨ ਭਾਈਚਾਰਾ ਵੀ ਬਹੁਤ ਦੁਖੀ ਆ। ਜ਼ਮੀਨ ਦਿਨੋਂ ਦਿਨ ਘਟ ਰਹੀ ਆ, ਆਬਾਦੀ ਦਿਨੋਂ ਦਿਨ ਵੱਧ ਰਹੀ ਆ, ਕਿਸਾਨ ਵੀ ਬੇਜ਼ਮੀਨਾ ਹੋ ਚੁੱਕਿਆ। ਉਹ ਵੀ ਚਾਹੁੰਦਾ ਮਜ਼ਦੂਰੀ ਦਾ ਰੇਟ ਵਧੇ, ਜਿਹੜੇ ਕਨਾਲਾਂ ਤੇ ਆ ਗਏ। ਮੇਰਾ ਕਹਿਣ ਦਾ ਮਤਲਬ ਇਹ ਆ ਕਿ ਜੇ ਸਿਮਰਨਜੀਤ ਸਿੰਘ ਮਾਨ ਵਾਲੇ ਜਿਹੜੀ ਗੱਲ ਕਰੀ ਆ ਬਈ ਭਗਤ ਸਿੰਘ ਇੱਕ ਵੱਖਵਾਦੀ ਇਨਸਾਨ ਸੀ, ਭਗਤ ਸਿੰਘ ਕੋਈ ਸ਼ਹੀਦ ਨਹੀਂ ਸੀ, ਉਹ ਅੱਤਵਾਦੀ ਸੀ। ਉਹਨੇ ਫਿਰ ਜੇ ਇਹ ਗੱਲ ਕਿਸੇ ਹੋਰ ਨੇ ਕਰੀ ਹੁੰਦੀ ਤੇ ਤੁਹਾਨੂੰ ਵੀ ਪਤਾ, ਅੱਗ ਲਾ ਦਿੰਦੇ, ਪਰਿਵਾਰ ਨੂੰ ਦਬਾ ਦਿੰਦੇ ਕੁੱਟ-ਕੁੱਟ ਕੇ ਵੀ ਤੂੰ ਭਗਤ ਸਿੰਘ ਨੂੰ ਐਂ ਕਹਿਤਾ ਯਾਰ। ਤੇ ਸਿਮਰਨਜੀਤ ਸਿੰਘ ਮਾਨ ਤੇ ਕਿੱਥੇ ਗਏ ਇੰਟਰਵਿਊਆਂ ਵਾਲੇ? ਕਿਉਂ ਨਹੀਂ ਬੋਲੇ ਵੀ ਤੂੰ ਆਹ ਕੀ ਕਰਦਾ? ਉਹਨੂੰ ਉਹ ਜਿਹੜੇ ਚੌਧਰੀ ਨੇ, ਧਰਮ ਦੇ ਠੇਕੇਦਾਰ ਬਣੇ ਹੋਏ ਨੇ, ਉਹਨਾਂ ਨੂੰ ਪਤਾ ਉਹ ਸਾਡਾ, ਉਹ ਇਸ ਕਰਕੇ ਉਹਨਾਂ ਦੀ ਸਪੋਰਟ ਕਰਨ ਲੱਗਿਆ। ਮੈਂ ਤੁਹਾਨੂੰ ਇੱਕ ਗੱਲ ਮੈਂ ਦੱਸਾਂ, ਸੀਰੀ 3 ਤਰ੍ਹਾਂ ਦੇ ਹੁੰਦੇ ਨੇ। ਇੱਕ ਤਾਂ ਐਗਰੀਕਲਚਰ, ਜਿਹੜਾ ਜਿਵੇਂ ਕਿਸਾਨ ਕਹਿੰਦਾ ਉਹ ਖੇਤਾਂ ਦੇ ਵਿੱਚ ਕਰਦਾ। ਇੱਕ ਹੁੰਦਾ ਅੰਪਲਾਈਜ਼, ਜਿਹੜੇ ਸੰਵਿਧਾਨ ਦਾ ਫਾਇਦਾ ਲੈ ਕੇ ਮੁਲਾਜ਼ਮ ਲੱਗ ਗਏ, ਉਹ ਸੰਵਿਧਾਨ ਆਪਦੇ ਭਾਈਚਾਰੇ ਦੀ ਗੱਲ ਨਹੀਂ ਕਰ ਰਹੇ, ਉਹ ਮਨੂਵਾਦੀ ਲੋਕਾਂ ਨਾਲ ਰਲੇ ਹੋਏ ਨੇ। ਇੱਕ ਉਹ ਹੋ ਗਏ। ਇੱਕ ਰਾਜਨੀਤਿਕ ਪੋਲੀਟੀਸ਼ੀਅਨ, ਜਿਵੇਂ 34 ਸੀਰੀ ਸੰਵਿਧਾਨ ਦਾ ਬੈਨੀਫਿਟ, ਸ਼ਡਿਊਲ ਕਾਸਟ ਦਾ ਬੈਨੀਫਿਟ ਲੈ ਕੇ MLA ਬਣ ਗਏ, 34 ਬੈਠੇ ਨੇ, ਉਹ RSS ਕੇਜਰੀਵਾਲ ਦੇ ਸੀਰੀ ਬਣ ਗਏ। ਇੱਕ ਐਗਰੀਕਲਚਰ ਸੀਰੀ ਹੋ ਗਿਆ, ਇੱਕ ਐਗਰੀਕਲਚਰ ਸੀਰੀ ਹੋ ਗਿਆ, ਇੱਕ ਪੋਲੀਟੀਕਲ ਪੋਲੀਟੀਸ਼ੀਅਨ ਸੀਰੀ ਹੋ ਗਿਆ, ਇੱਕ ਅੰਪਲਾਈਜ਼ ਜਿਹੜਾ ਸੰਵਿਧਾਨ ਦਾ ਬੈਨੀਫਿਟ ਲੈ ਕੇ ਸੰਵਿਧਾਨ ਦਾ ਅੱਜ ਵਿਰੋਧੀ ਬਣਿਆ ਖੜਿਆ, ਉਹਨਾਂ ਲੋਕਾਂ ਦਾ ਸਾਥ ਦੇ ਰਿਹਾ ਜਿਹੜੇ ਸੰਵਿਧਾਨ ਨੂੰ ਤੋੜਨਾ ਚਾਹੁੰਦੇ ਨੇ। ਤਾਂ ਇਹ 3 ਪ੍ਰਕਾਰ ਦੇ ਸੀਰੀ ਹੋ ਗਏ। ਤੇ ਇਹਨਾਂ 'ਚੋਂ ਸਭ ਤੋਂ ਖਤਰਨਾਕ ਸੀਰੀ ਕਿਹੜਾ ਹੋਇਆ? ਅੰਪਲਾਈਜ਼ ਸੀਰੀ, ਕਿਉਂਕਿ ਉਹ ਸੀਰੀ ਦਾ ਸੀਰੀ ਆ ਜਿਹੜਾ ਆਮ ਆਦਮੀ ਪਾਰਟੀ 'ਚੋਂ ਸ਼ਡਿਊਲ ਕਾਸਟ ਸੰਵਿਧਾਨ ਦਾ ਫਾਇਦਾ ਲੈ ਕੇ ਜਿੱਤਿਆ, ਉਹਦਾ ਸੀਰੀ ਰਲਿਆ ਹੋਇਆ।
ਤੇ ਉਹ ਸੀਰੀ ਦਾ ਸੀਰੀ ਹੋ ਗਿਆ। ਇਹ ਤਿੰਨੇ ਮਤਲਬ ਕਿ ਜਿਹੜੇ ਇਹ ਦੋ ਸੀਰੀ ਨੇ, ਇੱਕ ਰਾਜ ਪੋਲੀਟੀਸ਼ੀਅਨ ਤੇ ਦੂਸਰਾ ਜਿਹੜਾ ਆਪਾਂ ਤਿੰਨ ਸੀਰੀਆਂ ਦੀ ਗੱਲ ਕਰੀ ਆ, ਇੱਕ ਪੋਲੀਟੀਸ਼ੀਅਨ, ਇੱਕ ਇੰਪਲਾਈਜ਼, ਇਹ ਸਮਾਜ ਲਈ ਨੇ। ਇਹ 34 ਸੀਰੀ ਕਿਵੇਂ ਆ, ਮੈਂ ਇਹਨਾਂ ਨੂੰ ਦੱਸਾਂ। ਸ਼ਡਿਊਲ ਕਾਸਟ ਸਮਾਜ ਨੇ ਵੱਧ ਤੋਂ ਵੱਧ ਵੋਟਾਂ ਪਾ ਕੇ 92 ਵਿਧਾਇਕ ਕੇਜਰੀਵਾਲ ਨੂੰ ਦਿੱਤੇ, 92 ਜਿੱਤੇ। ਤੇ ਜਦੋਂ 92 ਦੀਆਂ ਵੋਟਾਂ ਦੇ ਨਾਲ 7 ਰਾਜ ਸਭਾ ਚੁਣਨੇ ਸੀ, 7 MP ਬਣਾਉਣੇ ਸੀ ਪੰਜਾਬ ਦੇ, ਜਿਹੜੇ ਹੱਕਾਂ ਦੀ ਗੱਲ ਕਰਨੀ ਸੀ, ਉਦੋਂ ਰਾਘਵ ਚੱਡੇ ਵਰਗੇ ਲਵਲੀ ਯੂਨੀਵਰਸਿਟੀ ਵਧੇ, ਬੜੇ ਬੜੇ ਉਦਯੋਗਪਤੀ ਬਣਾਤੇ। ਤੇ ਫਿਰ ਇਹਨਾਂ ਦੇ 34 ਭੋਲੂਆਂ ਦੇ ਮੂੰਹ ਤੇ ਛਿੱਕੂ ਚੜਿਆ ਸੀ। ਤੁਸੀਂ ਪੁੱਛ ਨਹੀਂ ਸਕਦੇ ਸੀ ਕੇਜਰੀਵਾਲ ਨੂੰ ਵੀ ਇੱਕ ਮਜ਼੍ਹਬੀ ਸਿੱਖਾਂ ਦਾ ਮੁੰਡਾ ਵੀ ਰਾਜ ਸਭਾ 'ਚ ਭੇਜੋ ਜੀ, ਕੀ ਗੱਲ ਅਸੀਂ 34 ਜਿੱਤ ਕੇ ਆਏ ਆ। ਇਹ ਲੋਕ ਜਦੋਂ ਸੰਵਿਧਾਨ ਦੇ ਵਿੱਚ ਸਾਡੇ 177 ਮੁੰਡੇ ਜਰਨਲ ਮੈਟ ਦੇ ਵਿੱਚ ਆਏ ਹੋਏ, ਪੁਲਿਸ ਦੇ ਵਿੱਚੋਂ ਨੌਕਰੀ ਦੇ ਵਿੱਚੋਂ ਕੱਢਤੇ, ਉਦੋਂ ਵੀ ਇਹ ਚੁੱਪ ਰਹੇ। ਜਦੋਂ ਲਾ ਅਫਸਰ 178 ਅਫਸਰ ਰੱਖਣੇ ਸੀ, ਉਹਦੇ ਵਿੱਚੋਂ ਸ਼ਡਿਊਲ ਕਾਸਟਾਂ ਨੂੰ ਰਿਜ਼ਰਵੇਸ਼ਨ ਦੇਣੀ ਖਤਮ ਕੀਤੀ। ਸੰਵਿਧਾਨ ਦੀ ਬਾਬਾ ਸਾਹਿਬ ਦੀ ਫੋਟੋ ਲਾਉਂਦੇ ਨੇ ਮਗਰ, ਤੇ ਉਹਦੇ ਉਲਟ ਕੰਮ ਕਰਦੇ ਨੇ। ਫਿਰ ਅਸੀਂ ਸੜਕਾਂ ਤੇ ਆਏ, ਥਾਂ ਥਾਂ ਤੇ ਬੈਠੇ, ਸੂਬੇ ਦੇ ਮੁੱਖ ਮੰਤਰੀ ਨੂੰ ਕਾਨਫਰੰਸ ਕਰਨੀ ਪਈ ਵੀ ਲੈ ਹੁਣ 58 ਅਸੀਂ ਸ਼ਡਿਊਲ ਕਾਸਟਾਂ ਦੇ ਰੱਖਾਂਗੇ। ਕਹਿਣ ਦਾ ਮਤਲਬ ਸਾਨੂੰ ਲੜ ਕੇ ਆਪਣੇ ਹੱਕ ਮੰਗਣੇ ਪੈ ਰਹੇ ਨੇ, ਸਰਕਾਰ ਸੰਵਿਧਾਨ ਮੁਤਾਬਕ ਨਹੀਂ ਚੱਲ ਰਹੀ। ਇਹ ਜਿਹੜੇ ਦੋ ਤਰ੍ਹਾਂ ਦੇ ਸੀਰੀ ਨੇ, ਇੱਕ ਪੋਲੀਟੀਸ਼ੀਅਨ ਤੇ ਇੱਕ ਜਿਹੜਾ ਇੰਪਲਾਈਜ਼, ਇਹ ਸੀਰੀ ਜਿਹੜੇ ਸਮਾਜ ਸੰਵਿਧਾਨ ਦਾ ਖਾ ਕੇ, ਬਾਬਾ ਸਾਹਿਬ ਦਾ ਖਾ ਕੇ, ਤੇ ਬਾਬਾ ਸਾਹਿਬ ਦੇ ਸੰਵਿਧਾਨ ਦੇ ਲਈ ਇੱਕ ਤਰ੍ਹਾਂ ਦਾ ਗਲਤ ਕੰਮ ਕਰ ਰਹੇ ਨੇ। ਇਹ ਸਮਾਜ ਲਈ ਬੜੇ ਖਤਰਨਾਕ ਨੇ। ਸਾਰੇ ਦਫ਼ਤਰਾਂ 'ਚ ਬਾਬਾ ਸਾਹਿਬ ਦੀ ਫੋਟੋ ਜਿਹੜੀ ਲਾਈ ਜਾਂਦੀ ਹੈ, ਪਿਛਲੇ ਦਿਨੀ ਇੱਕ ਲਾਲੀ ਹੈ ਤਰਨਤਾਰਨ ਤੋਂ, ਤੁਸੀਂ ਸੁਣਿਆ ਹੋਣਾ ਉਹਨਾਂ ਦੇ ਬਿਆਨ, ਉਹਨਾਂ ਨੇ ਵੀ ਭੱਦੀ ਸ਼ਬਦਾਵਲੀ ਬੋਲੀ ਸੀਗੀ, ਉਹਦੇ ਤੇ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ, ਕੀ ਕਹੋਗੇ? ਦੇਖੋ ਜੀ, ਮੈਂ ਤਾਂ ਕਹੂੰਗਾ ਸਰਕਾਰ ਹੀ ਇਹੋ ਜਿਹੇ ਗਲਤ ਅਨਸਰਾਂ ਨੂੰ ਸ਼ਹਿ ਦੇ ਰਹੀ ਆ। ਉਹ ਲਾਲੀ ਇੱਕ ਡਫਰ ਕਿਸਮ ਦਾ ਇਨਸਾਨ ਆ, ਉਹਨੂੰ ਕੋਈ ਅਕਲ ਹੀ ਨਹੀਂ, ਉਹਨੂੰ ਪਤਾ ਹੀ ਨਹੀਂ ਕਿ ਜਿਹੜੀ ਮਨੂ ਸਿਮਰਤੀ ਸੀ ਉਹ ਔਰਤ ਨੂੰ ਪੈਰ ਦੀ ਜੁੱਤੀ ਦੱਸਦੀ ਸੀ। ਮਨੂ ਸਿਮਰਤੀ ਤੁਸੀਂ ਅੱਜ ਵੀ ਪੜ੍ਹ ਲਓ, ਉਹ ਤਾਂ ਮਨੂ ਸਿਮਰਤੀ ਦੇ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਦੱਸਿਆ ਜਾਂਦਾ ਹੈਗਾ ਵੀ ਇਹ ਪੈਰ ਦੀ ਜੁੱਤੀ ਆ। ਤੇ ਸੰਵਿਧਾਨ ਔਰਤ ਨੂੰ ਮੁੱਖ ਮੰਤਰੀ ਬਣਾ ਰਿਹਾ, PM ਬਣਾ ਰਿਹਾ, ਔਰਤ ਨੂੰ IAS ਬਣਾ ਰਿਹਾ, IPS ਬਣਾ ਰਿਹਾ। ਤੇ ਅੱਜ ਦੇਸ਼ ਦੀ ਰਾਸ਼ਟਰਪਤੀ ਵੀ ਇੱਕ ਔਰਤ ਬਣੀ ਆ, ਇਸ ਬਦੌਲਤ ਆ। ਤੇ ਮਨੂ ਸਿਮਰਤੀ ਕਹਿੰਦੀ ਆ ਵੀ ਇਹਨਾਂ ਨੂੰ, ਔਰਤ ਨੂੰ ਜਿੰਨਾ ਕੁੱਟੋਗੇ, ਜਿੰਨਾ ਸ਼ੂਦਰ ਨੂੰ ਜਿੰਨਾ ਕੁੱਟੋਗੇ, ਢੋਲ ਨੂੰ ਜਿੰਨਾ ਕੁੱਟੋਗੇ, ਇਹ ਤਿੰਨੇ ਚਾਰੇ ਤਾੜਨ ਦੇ ਅਧਿਕਾਰੀ ਨੇ। ਤਾਂ ਸੰਵਿਧਾਨ ਕਹਿੰਦਾ ਵੀ ਔਰਤ, ਫਿਰ ਬਾਣੀ ਨੇ ਵੀ ਕਿਹਾ, ਬਾਣੀ ਦੇ ਵਿੱਚ ਦਸ਼ਮੇਸ਼ ਪਿਤਾ ਜੀ ਨੇ ਕਿਹਾ, ਗੁਰਦੇਵ ਮਾਤਾ, ਗੁਰਦੇਵ ਪਿਤਾ। ਤਾਂ ਜਿਹੜੀ ਔਰਤ ਨੇ ਰਾਜਨ ਜੰਮੇ ਨੇ, ਤਾਂ ਉਹ ਔਰਤ ਨੂੰ ਮਨੂ ਸਿਮਰਤੀ ਕਹਿ ਰਹੀ ਹੈ ਪੈਰ ਦੀ ਜੁੱਤੀ, ਤੇ ਸੰਵਿਧਾਨ ਸਿਰ ਦਾ ਤਾਜ ਬਣਾ ਰਿਹਾ। ਤਾਂ ਇਸ ਕਰਕੇ ਉਹ ਡਫਰ ਲੋਕਾਂ ਨੂੰ ਸੰਵਿਧਾਨ ਬਾਰੇ ਪਤਾ ਹੀ ਨਹੀਂ ਵੀ ਕਿੱਥੇ ਅਸੀਂ ਰਹਿ ਰਹੇ ਹਾਂ। ਤੇ ਫਿਰ ਜੇ ਐਡੀ ਗੱਲ ਆ, ਜਿਹੜੇ ਕੋਈ MLA ਮੰਤਰੀ ਬਣਦੇ ਨੇ, ਜਿਹੜਾ ਵੀ ਸਿਸਟਮ ਦੇਸ਼ ਹੀ ਸੰਵਿਧਾਨ ਮੁਤਾਬਕ ਚੱਲਦਾ, ਤਾਂ ਫਿਰ ਉਹ ਭਗੌੜੇ ਕਿਸਮ ਦੇ ਇਨਸਾਨ ਨੂੰ ਪੰਜਾਬ ਛੱਡ ਦੇਣਾ ਚਾਹੀਦਾ, ਭਾਰਤ ਛੱਡ ਦੇਣਾ ਚਾਹੀਦਾ, ਕਿਉਂਕਿ ਭਾਰਤ ਹੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸੰਵਿਧਾਨ ਦੇ ਨਾਲ ਚੱਲ ਰਿਹਾ। ਉਹਨਾਂ ਨੇ ਇਹ ਵੀ ਗੱਲ ਕਹੀ ਵੀ ਜਿਹੜੇ ਬਾਬਾ ਸਾਹਿਬ ਨੇ, ਉਹਦੀ ਪੰਜਾਬ ਲਈ ਦੇਣ ਨਹੀਂ ਹੈਗੀ। ਕੀ ਨਹੀਂ ਦੇਣ ਹੈਗੀ, ਉਹ ਸਾਨੂੰ ਉਹ ਵੀ ਦੱਸਿਆ ਜਾਵੇ ਵੀ ਦੇਣ ਹੈ ਜਾਂ ਨਹੀਂ ਹੈ। ਮੈਂ ਦੱਸਿਆ ਵੀ ਨਾਰੀ ਲਈ ਕਿੰਨਾ ਸਨਮਾਨ ਕੀਤਾ। ਤੇ ਜੇ ਮੈਂ ਕਿਸਾਨਾਂ ਦੀ ਗੱਲ ਕਰ ਲਾਂ ਵੀ ਬਾਬਾ ਸਾਹਿਬ ਨੇ ਕਿਸਾਨਾਂ ਲਈ ਕੀ ਕੀਤਾ, ਤਾਂ 1932 ਤੋਂ ਪਹਿਲਾਂ ਕੋਈ ਵੀ ਰਜਿਸਟਰੀ ਦਾ ਹੱਕ ਦਿਖਾ ਦੇਣ ਭੂਮੀ ਦਾ। ਨੋਟ ਕਰ ਲੈਣ ਮੇਰੀ ਇਸ ਗੱਲ ਨੂੰ, ਕਿਸਾਨਾਂ ਨੂੰ ਭੂਮੀ ਦਾ ਹੱਕ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਲੈ ਕੇ ਦਿੱਤਾ। 1932 ਤੋਂ ਪਹਿਲਾਂ ਦਿਖਾ ਦੇਣ ਕਿਸਾਨ ਭਰਾ ਸਾਡੇ ਰਜਿਸਟਰੀ। ਤਾਂ ਜੇ ਪੜ੍ਹਾਈ ਦਾ ਹੱਕ ਲੈ ਕੇ ਦਿੱਤਾ, ਉਹ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਲੈ ਕੇ ਦਿੱਤਾ। ਜੇ 25% ਰਾਖਵਾਂ ਕਰਨ ਲੈ ਕੇ ਦਿੱਤਾ, ਉਹ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਲੈ ਕੇ ਦਿੱਤਾ। ਜੇ ਵੋਟ ਦਾ ਹੱਕ ਲੈ ਕੇ ਦਿੱਤਾ, ਉਹ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਲੈ ਕੇ ਦਿੱਤਾ। ਅੱਜ ਪੂਰਾ ਦੇਸ਼, ਭਾਰਤ ਕੀ, ਪੰਜਾਬ ਤਾਂ ਇੱਕ ਛੋਟੀ ਸਟੇਟ ਆ, ਬਾਬਾ ਸਾਹਿਬ ਦੇ ਸੰਵਿਧਾਨ ਦੇ ਨਾਲ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ ਕੁਲਦੀਪ ਸਿੰਘ ਜੀ। ਇਹ ਸਨ ਕੁਲਦੀਪ ਸਿੰਘ ਜੀ ਸਰਦੂਲਗੜ੍ਹ ਤੋਂ, ਜੋ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇਗੇ। ਉਹਨਾਂ ਨਾਲ ਗੱਲਬਾਤ ਕੀਤੀ। ਕਿੱਦਾਂ ਦੀ ਵੀਡੀਓ ਲੱਗੀ ਤੁਹਾਨੂੰ, ਕਮੈਂਟ ਜ਼ਰੂਰ ਕਰਕੇ, ਸ਼ੇਅਰ ਕਰਕੇ ਜ਼ਰੂਰ ਦੱਸਿਆ ਜਾਵੇ ਜੀ। ਧੰਨਵਾਦ ਜੀ। ਇਹ ਹੁਣ ਤੁਸੀਂ ਦੁਬਾਰਾ